ਦੇ ਨਾਲ ਸਵਾਲਾਂ ਦੇ ਘੇਰੇ ਦੇ ਵਿੱਚ ਹਰਿਆਣਾ ਦੇ ਸੀਐਮ ਨਜ਼ਰ ਆ ਰਹੇ ਨੇ। ਇਸ ਸਮੇਂ ਦਾ ਬੁਲੇਟਿਨ ਇਸ ਵੱਡੀ ਖਬਰ ਦੇ ਨਾਲ ਹੀ ਸ਼ੁਰੂ ਕਰਨ ਜਾ ਰਹੇ ਹਾਂ। ਸਵਾਲਾਂ ਦੇ ਘੇਰੇ ਦੇ ਵਿੱਚ ਨੇ ਹਰਿਆਣਾ ਦੇ ਸੀਐਮ, ਕਿਉਂਕਿ ਅਰਦਾਸ ਦੇ ਵਿੱਚ ਉਹ ਸ਼ਾਮਲ ਹੋਏ ਪਰ ਸਿਰ ਢੱਕਿਆ ਨਹੀਂ। ਜਾਂ ਨੰਗੇ ਸਿਰ ਸ਼ਾਮਲ ਹੋਏ ਨੇ ਅਰਦਾਸ ਦੇ ਵਿੱਚ ਮਨੋਹਰ ਲਾਲ ਖੱਟਰ ਤੇ ਆਮ ਆਦਮੀ ਪਾਰਟੀ ਨੇ ਇਸ ਦੇ ਉੱਤੇ ਸਵਾਲ ਚੁੱਕ ਦਿੱਤੇ ਨੇ। ਤੇ ਆਮ ਆਦਮੀ ਪਾਰਟੀ ਨੇ ਕਿਹਾ ਕਿ ਬੀਜੇਪੀ ਸਿੱਖ ਧਰਮ ਦਾ ਸਤਿਕਾਰ ਨਹੀਂ ਕਰਦੀ, ਧਾਰਮਿਕ ਮਾਨ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ। ਬੀਜੇਪੀ ਲੀਡਰ ਹਰਜੀਤ ਗਰੇਵਾਲ ਨੇ ਪੰਜਾਬੀਆਂ ਤੋਂ ਮੁਆਫੀ ਵੀ ਮੰਗੀ ਤੇ ਕਿਹਾ ਕਿ ਅਜਿਹੀ ਗਲਤੀ ਨਹੀਂ ਕਰਨੀ ਚਾਹੀਦੀ। ਤਾਂ ਬੀਜੇਪੀ ਦੀ ਸਟੇਟਮੈਂਟ ਵੀ ਸਾਹਮਣੇ ਆ ਗਈ ਹੈ। ਖੈਰ ਅਰਦਾਸ ਦੇ ਵਿੱਚ ਸ਼ਾਮਲ ਹੋਏ ਤਸਵੀਰਾਂ ਨਜ਼ਰ ਆ ਰਹੀਆਂ ਨੇ। ਤਸਵੀਰਾਂ ਦੇ ਵਿੱਚ ਦਿਖ ਰਿਹਾ ਹੈ ਕਿ ਹਰਿਆਣਾ ਦੇ ਸੀਐਮ ਖੜੇ ਹੋਏ ਨੇ ਤੇ ਉਹਨਾਂ ਨੇ ਸਿਰ ਨਹੀਂ ਢੱਕਿਆ ਹੋਇਆ। ਅਰਦਾਸ ਦੀ ਮਰਿਆਦਾ ਇਹੀ ਹੈ ਕਿ ਸਿਰ ਢੱਕਿਆ ਹੋਣਾ ਚਾਹੀਦਾ ਹੈ। ਔਰ ਬਾਕੀ ਜਿਹੜੇ ਉੱਥੇ ਲੋਕ ਮੌਜੂਦ ਨੇ ਉਹਨਾਂ ਦੇ ਸਿਰ ਦੇ ਉੱਤੇ ਕਿਸੇ ਦੇ ਰੁਮਾਲ ਹੈ, ਜਿਹੜੀਆਂ ਮਹਿਲਾਵਾਂ ਖੜੀਆਂ ਨੇ ਉਹਨਾਂ ਦੇ ਸਿਰ ਦੇ ਉੱਤੇ ਸ਼ਾਲ ਜਾਂ ਚੁੰਨੀ ਨਜ਼ਰ ਆ ਰਹੀ ਹੈ। ਔਰ ਹਰਿਆਣਾ ਦੇ ਸੀਐਮ ਖੜੇ ਹੋਏ ਨੇ ਤੇ ਉਹਨਾਂ ਦੇ ਹਾਲਾਂਕਿ ਉਹ ਸਿਰ ਝੁਕਾ ਕੇ ਹੱਥ ਜੋੜ ਕੇ ਉੱਥੇ ਖੜੇ ਨਜ਼ਰ ਆ ਰਹੇ ਨੇ ਇਹਨਾਂ ਤਸਵੀਰਾਂ ਦੇ ਵਿੱਚ, ਪਰ ਸਿਰ ਨਹੀਂ ਢੱਕਿਆ ਹੋਇਆ। ਇਸ ਨੂੰ ਲੈ ਕੇ ਵਿਵਾਦ ਹੈ। ਔਰ ਮਰਿਆਦਾ ਦੇ ਤੌਰ ਦੇ ਉੱਤੇ ਜੇ ਮਰਿਆਦਾ ਦਾ ਅਸੀਂ ਜ਼ਿਕਰ ਕਰਦੇ ਹਾਂ ਤਾਂ ਫਿਰ ਸਿਰ ਢੱਕਿਆ ਹੋਣਾ ਜ਼ਰੂਰੀ ਹੈ। ਜਦੋਂ ਅਰਦਾਸ ਹੋ ਰਹੀ ਹੁੰਦੀ ਹੈ ਤਾਂ ਸਿਰ ਢੱਕਣਾ ਉਸ ਸਮੇਂ ਜ਼ਰੂਰੀ ਹੁੰਦਾ ਹੈ। ਖੈਰ ਬੀਜੇਪੀ, ਪੰਜਾਬ ਬੀਜੇਪੀ ਬਖੂਬੀ ਇਸ ਚੀਜ਼ ਨੂੰ ਸਮਝਦੀ ਹੈ ਤੇ ਹਰਜੀਤ ਗਰੇਵਾਲ ਨੇ ਇੱਕ ਸਟੇਟਮੈਂਟ ਜਾਰੀ ਵੀ ਕਰ ਦਿੱਤੀ ਕਿ ਇਸ ਦੇ ਲਈ ਅਸੀਂ ਮਾਫੀ ਮੰਗਦੇ ਹਾਂ ਤੇ ਅਜਿਹੀ ਗਲਤੀ ਨਹੀਂ ਹੋਣੀ ਚਾਹੀਦੀ ਸੀ। ਪਰ ਦੂਜੇ ਪਾਸੇ ਵਿਰੋਧੀ ਹਰਿਆਣਾ ਦੇ ਸੀਐਮ ਨੂੰ ਘੇਰ ਰਹੇ ਨੇ, ਬੀਜੇਪੀ ਨੂੰ ਘੇਰਿਆ ਜਾ ਰਿਹਾ ਹੈ ਇਸ ਵੀਡੀਓ, ਇਹਨਾਂ ਤਸਵੀਰਾਂ ਦੇ ਜ਼ਰੀਏ, ਇਸ ਪੂਰੇ ਮਾਮਲੇ ਦੇ ਜ਼ਰੀਏ। ਤੇ ਇੱਕ ਤਰੀਕੇ ਨਾਲ ਸਿੱਖ ਵਿਰੋਧੀ ਤੱਕ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਿਹਾ ਗਿਆ, ਜੋ ਆਮ ਆਦਮੀ ਪਾਰਟੀ ਨੇ ਸਵਾਲ ਚੁੱਕੇ ਨੇ ਕਿ ਬੀਜੇਪੀ ਸਿੱਖ ਧਰਮ ਦਾ, ਸਿੱਖ ਭਾਈਚਾਰੇ ਦਾ ਸਤਿਕਾਰ ਨਹੀਂ ਕਰਦੀ। ਤਾਂ ਇਸ ਤਰੀਕੇ ਦੇ ਐਲੀਗੇਸ਼ਨਸ ਲਗਾਏ ਗਏ ਨੇ। ਖੈਰ ਮਰਿਆਦਾ, ਇਹ ਦੋ ਚੀਜ਼ਾਂ ਆਪਸ ਦੇ ਵਿੱਚ ਜ਼ਰੂਰ, ਦੋ ਚੀਜ਼ਾਂ ਦਾ ਜ਼ਿਕਰ ਹੋਣਾ ਜ਼ਰੂਰੀ ਹੈ। ਇੱਕ ਪਾਸੇ ਮਰਿਆਦਾ ਦੇ ਤਹਿਤ ਸਿਰ ਢੱਕਿਆ ਹੋਣਾ ਜ਼ਰੂਰੀ ਹੈ, ਪਰ ਦੂਜੇ ਪਾਸੇ ਜਿਹੜੇ ਅਰਦਾਸ ਕਰ ਰਹੇ ਸੀ ਉੱਥੇ ਉਹਨਾਂ ਦਾ ਕਹਿਣਾ ਵੀ ਫਰਜ਼ ਬਣਦਾ ਹੈ ਕਿ ਤੁਸੀਂ ਸਿਰ ਢੱਕ ਲਓ। ਆਮ ਤੌਰ ਤੇ ਜਦੋਂ ਆਪਾਂ ਦੇਖਦੇ ਹਾਂ ਕਿ ਕਈ ਵਾਰ ਕੋਈ ਬੱਚਾ ਵੀ ਨਾਲ ਗਿਆ ਹੁੰਦਾ ਹੈ ਕਿਸੇ ਗੁਰੂ ਘਰ ਦੇ ਵਿੱਚ ਤੇ ਉਹ ਗਲਤੀ ਦੇ ਨਾਲ ਸਿਰ ਉਸਨੇ ਨਾ ਢੱਕਿਆ ਹੋਵੇ ਜਾਂ ਫਿਰ ਜੇ ਸਿਰ ਰੁਮਾਲ ਦੇ ਨਾਲ ਢੱਕਿਆ ਹੁੰਦਾ ਤਾਂ ਬੱਚੇ ਨੇ ਹਟਾ ਦਿੱਤਾ ਤਾਂ ਉੱਥੇ ਜਿਹੜੇ ਨੁਮਾਇੰਦੇ ਮੌਜੂਦ ਹੁੰਦੇ ਨੇ ਉਹਨਾਂ ਦੇ ਵੱਲੋਂ ਕਹਿ ਦਿੱਤਾ ਜਾਂਦਾ ਕਿ ਬੱਚੇ ਨੂੰ ਕਹੋ ਸਿਰ ਢੱਕ ਲਵੇ ਜਾਂ ਤੁਸੀਂ ਬੱਚੇ ਦਾ ਸਿਰ ਢੱਕੋ। ਤਾਂ ਦੋਵੇਂ ਪਾਸੇ ਹੈ, ਕਿਉਂਕਿ ਸੀਐਮ ਖੱਟਰ ਜਦੋਂ ਪੰਜਾਬੀ ਬੋਲਦੇ ਨੇ ਤਾਂ ਫਿਰ ਉਹਨਾਂ ਤੋਂ ਉਮੀਦ ਵੀ ਇਸ ਤਰੀਕੇ ਦੀ ਸਿੱਖ ਭਾਈਚਾਰਾ ਕਰਦਾ ਹੈ ਕਿ ਉਹਨਾਂ ਦੀਆਂ ਮਰਿਆਦਾਵਾਂ ਦਾ ਧਿਆਨ ਰੱਖਿਆ ਜਾਵੇਗਾ। ਮੰਦਭਾਗੀ ਘਟਨਾ ਹੈ। ਇਸ ਦੇ ਉੱਤੇ ਮਨੋਹਰ ਲਾਲ ਖੱਟੜ ਜੀ ਨੂੰ ਫੌਰੀ ਤੌਰ ਤੇ ਮਾਫੀ ਮੰਗਣੀ ਚਾਹੀਦੀ ਹੈਗੀ ਹੈ। ਲੇਕਿਨ ਇੱਕ ਗੱਲ ਜਿਹੜੀ ਹੈ ਉਹ ਬੜੀ ਅੱਖਰ ਦੀ ਹੈ ਕਿ ਇੱਕ ਸੂਬੇ ਦਾ ਮੁੱਖ ਮੰਤਰੀ ਹੋਵੇ, ਉਹਨੂੰ ਜਿਹੜੀਆਂ ਧਾਰਮਿਕ ਭਾਵਨਾਵਾਂ ਦਾ ਜਾਂ ਧਾਰਮਿਕ ਮਰਿਆਦਾ ਦਾ ਪਤਾ ਹੀ ਨਹੀਂ ਹੈਗਾ। ਲੇਕਿਨ ਇਹ ਵੀ ਸਵਾਲ ਉੱਠਦਾ ਹੈਗਾ ਕਿ ਉਹਨਾਂ ਦਾ ਇੰਨਾ ਖੌਫ ਹੈਗਾ ਕਿ ਉੱਥੇ ਕਿਸੇ ਨੇ ਉਹਨਾਂ ਨੂੰ ਟੋਕਿਆ ਨਹੀਂ, ਜਾਂ ਜੇ ਟੋਕਿਆ ਤਾਂ ਉਹਨਾਂ ਨੇ ਮੰਨਿਆ ਨਹੀਂ ਹੈਗਾ। ਅੱਜ ਇਹ ਵੀ ਸਵਾਲ ਉੱਠਦਾ ਹੈਗਾ ਕਿ ਵੈਸੇ ਤਾਂ ਹਰ ਟਾਈਮ ਸਿੱਖਾਂ ਦੀ ਹਤੈਸ਼ੀ ਆਪਣੇ ਆਪ ਨੂੰ ਬੀਜੇਪੀ ਸ਼ੋਅ ਕਰਦੀ ਹੈ। ਜੇ ਕਦੇ ਚੋਣ ਕੰਪੇਨ 'ਚ ਹਿੱਸਾ ਲੈਣਾ ਹੋਵੇ, ਇਹਨਾਂ ਦੇ ਹਰ ਲੀਡਰ ਜਿਹੜਾ ਉਹ ਪਗੜੀ ਬੰਨ੍ਹ ਕੇ ਲੋਕਾਂ ਦੇ ਵਿੱਚ ਜਾਂਦਾ ਹੈ ਕਿ ਅੱਜ ਜਦੋਂ ਇੱਕ ਅਰਦਾਸ ਦੇ ਵਿੱਚ ਹਿੱਸਾ ਲੈਣਾ ਸੀ ਕਿ ਉਦੋਂ ਉਹਨਾਂ ਨੂੰ ਨਹੀਂ ਪਤਾ ਕਿ ਮਰਿਆਦਾ ਕੀ ਹੈਗੀ ਹੈ, ਸਿਰ ਕੱਜਣਾ ਹੁੰਦਾ ਹੈਗਾ। ਸੋ ਅੱਜ ਮੈਂ ਇੱਕ ਸਵਾਲ ਜਿਹੜਾ ਹੈਗਾ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪੁੱਛਣਾ ਚਾਹੁੰਦਾ, ਜੋ ਅੱਜ ਕੱਲ੍ਹ ਬੀਜੇਪੀ ਦੇ ਲੀਡਰ ਨੇ, ਮਨਜਿੰਦਰ ਸਿਰਸਾ ਨੂੰ ਵੀ ਪੁੱਛਣਾ ਚਾਹੁੰਦਾ ਕਿ ਹੁਣ ਤੱਕ ਇਸ ਵਿਸ਼ੇ ਤੇ ਉਹ ਖਾਮੋਸ਼ ਕਿਉਂ ਨੇ। ਅੱਜ ਮਨੋਹਰ ਲਾਲ ਖੱਟਰ ਜੀ ਕਿਸੇ ਅਰਦਾਸ ਵਿੱਚ ਸ਼ਾਇਦ ਸਿਰ ਨਹੀਂ ਢੱਕਿਆ, ਉਹ ਤਾਂ ਉਹੀ ਦੱਸ ਸਕਦੇ ਕਿਉਂ ਨਹੀਂ ਢੱਕਿਆ, ਪਰ ਜਿਹੜੀ ਗਲਤੀ ਉਹਨਾਂ ਨੇ ਕੀਤੀ ਹੈ ਉਹਦੇ ਲਈ ਵੀ ਮਾਫੀ ਮੰਗਾਂ, ਕਿਉਂਕਿ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀ। ਸਾਨੂੰ ਅਦਬ ਕਰਨਾ ਚਾਹੀਦਾ, ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ, ਔਰ ਜਦੋਂ ਅਸੀਂ ਉੱਚ ਪਦਾਂ ਤੇ ਬੈਠੇ ਹੋਈਏ ਤਾਂ ਸਾਡੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ। ਤੇ ਇਸ ਤਸਵੀਰ ਤੇ ਵੀਡੀਓ ਦੇ ਜ਼ਰੀਏ ਆਮ ਆਦਮੀ ਪਾਰਟੀ ਦੇ ਵੱਲੋਂ ਹਰਿਆਣਾ ਦੇ ਸੀਐਮ ਨੂੰ ਤੇ ਬੀਜੇਪੀ ਨੂੰ ਘੇਰਿਆ ਜਾ ਰਿਹਾ ਹੈ। ਇਸ ਸਮੇਂ ਸਾਡੇ ਨਾਲ ਰਮਨ ਮਲਿਕ ਜੀ जुड़ रहे हैं, हरियाणा बीजेपी ਨੂੰ रिप्रेजेंट करते हैं। मलिक जी, स्वागत है आपका। फर्स्ट रिएक्शन, उम्मीद है कि ये तस्वीरें और वीडियो आपने भी देखी होगी। देखिए, मैं ये व्यक्तिगत तौर पर मानता हूं और मैं इसमें कहने में कोई हर्ज नहीं है कि ये मानवीय त्रुटि है और ये जिस कारणवश भी हुई होगी उसके लिए मैं पार्टी की ओर से क्षमा प्रार्थी हूँ जी, क्योंकि खट्टर साहब का अपना एक पारिवारिक इतिहास रहा है सिख पंथ के साथ जी, और शायद जो ये सवाल उठा रहे हैं कांग साहब, इनको भी मैं थोड़ा सा ज्ञान दे दूं कि महोदय, सबसे पहले ये समझना चाहिए कि गुरु साहब ने जब
सबसे पहली जो सीख दी थी वो ये थी कि निंदा मत करो, बढ़ियाई करो। इन्होंने क्या बढ़ियाई करी है वो हमने देखी है। दूसरी चीज, ये बात करते हैं, उन लोगों का सहारा देते हैं खालिस्तानियों का, कांग साहब, जो सनातन के ऊपर ऊटपटांग बोलते हैं। जिस राम का नाम, जिस हरि का नाम, जिस कृष्ण का नाम पूरी गुरबाणी में है, ये उनको गालियां देते हैं। तब ये बेअदबी नहीं हो रही होती, तब ये बेअदबी के साथ नहीं खड़े होते। तीसरी चीज सर, ये जो बात करी जा रही है, मैं ये पूछना चाहता हूं कि जो हिंद की चादर थी हमारे गुरु साहब जी, उनको आज ये कौन सा मुंह दिखाएंगे जब ये हिंदुस्तान से अलग होने वाली बात करने वालों का सहारा बनते हैं। इसके अलावा मैं आज एक और चीज पूछता हूं कि बेअदबी की बात जिस तरीके से बनाने की कोशिश करे जा रही है, क्या कांग साहब को ये पता है कि मानवीय त्रुटि के लिए भी गुरु साहब ने गुरबाणी के अंदर ये बार बार लिखा है कि फर्क ये पड़ता है, ये एक लहजा होता है, एक तरीका होता है अरदास करने का, सारा कुछ है। ये गुरु गोविंद सिंह जी ने इतिहास के अंदर ये लिखा है, बाणी के अंदर बताया है कि कैसे अरदास करनी चाहिए। लेकिन उन्होंने साथ साथ ये भी लिखा कि जो अरदास करते हुए मन में मैल रखता है उसकी अरदास मेरे को कतई कबूल नहीं है। ये भूल जाते हैं ये लोग। नहीं ठीक है मलिक साहब, वो तो अब किसके मन में मैल है नहीं है, ये एक चर्चा का विषय भी है, या फिर ये कौन पता कर सकता है। लेकिन देखिए आम आदमी पार्टी कह क्या रही है, आपने शायद सुना भी होगा। उनकी तरफ से ये कहा जा रहा है कि बीजेपी तो सिख धर्म का सत्कार आदर करती ही नहीं, इस वजह से ये कुछ हुआ है या किया गया है। तो फिर मैं ये पूछना चाहूंगा कि वो जो कांग साहब हैं कि अगर सिक्खी का इतना ध्यान है तो सिखों के कातिल का बेटा जब आया था कांग्रेस का पंजाब में, तब कौन कौन सिख उनके साथ खड़े थे। मैं ये पूछना चाहूंगा कि जब आप उनके साथ मिलजुल के सरकार बना रहे थे, तब आपकी गैरत कहाँ गई थी? दिल्ली में सरकार बनाई थी ना आम आदमी पार्टी ने, दिल्ली में सिख नहीं है क्या, या उनकी भावनाएं हर्ट नहीं हुई होंगी? मैं ये पूछना चाहूंगा उनसे कि आप जब पॉलिटिक्स करना चाह रहे हो तो मेरे एक सवाल का और जवाब दो कि आज के समय के अंदर जब पंजाब के अंदर फिर से जी सिक्खी को लेके, सिक्खी और खालिस्तानी ये दो अलग चीज है। सिक्खी बिल्कुल अलग है, सिख किसी केसदारी की बपौती नहीं है। सिक्खी हर उसके लिए है जो जिसके मन में गुरु ग्रंथ साहिब जी बसते हो, जिसके मन में गुरु नानक देव जी की जो पढ़ाई गई चीजें हैं वो बसती हो। मैं तो यही बात पूछना चाहूंगा कि आप जिस सिक्खी की बात करते हो, वो सिक्खी में भाई जेठा कौन थे ये पता है? वो बाद में गुरु बने, गुरु अर्जन देव जी। तो मेरे को मलिक जी मैं पॉइंट के ऊपर वापस आऊं। आपको लगता है कि इस तस्वीर या वीडियो के जरिए इस मुद्दे को सियासी रंगत दी जा रही है? अगर ऐसा लग रहा है तो जबरदस्ती का इट्स नो इशू, जिसको इशू बनाया जा रहा है। मैं क्यों नो इशू बोल रहा हूँ? क्योंकि जिस व्यक्ति ने आज तक कभी ये गलती नहीं करी हो और एक मानवीय त्रुटि अगर कहीं हो भी जाती है तो वो और उसका रब जाने ना। आप नहीं, वो मर्यादा तो है ना वाले, आप बला देने वाले कौन? नहीं देखिए मर्यादा तो है ना। फिर ये तो हर कोई कहेगा कि मैं गुरु घर में जा रहा हूं, अब मैं सर पे कोई रुमाल या फिर सर को ना ढकूं तो मेरी मर्जी, अगर मेरे में कोई दिक्कत होगी तो भगवान और मेरा मामला। ये धर्मसाल नहीं थी, पहली बार धर्मसाल नहीं, अरदास हो रही थी किसी ऐसी जगह जहां कोई फंक्शन था, वहां पे अरदास हो रही थी। पीछे बोर्ड भी लगा हुआ है। कुछ और खट्टर साहब के अलावा भी और लोग ऐसे थे, कुछ ने सर ढका हुआ था, कुछ ने नहीं ढका हुआ था। ऐसा प्रतीत हो रहा है कि कोई ऐसी जगह थी जहां पे कोई पब्लिक इवेंट था और वहां चलते हुए या कोई किसी और मूवमेंट में आए होंगे वो। लेकिन फिर भी
हमारी आस्था गुरु ग्रंथ साहिब जी महाराज और दसों गुरु के तरफ बहुत सारी है और हम सच्चे काम करके दिखाए हैं। हमने बार बार सिख पंथ के जो इश्यूज थे उनको सॉल्व करने की कोशिश करी है। अगर इतना ही होता तो मेरे को ये कान साहब ये भी बताएं कि जो फूलका साहब इतने साल लड़े अधिकारों के लिए, दिल्ली के दंगों के लिए, सिख जेनोसाइड के लिए, वो आज क्यों अरविंद केजरीवाल के साथ नहीं खड़े दिखते या वो भगवंत मान के साथ? रमन जी आप अगर प्लीज हमारे साथ रहें। नहीं, मैं और लंबा नहीं टिक पाऊंगा। मेरे साथ नील गर्ग जी जुड़ रहे हैं जिनका आप जिक्र कर रहे थे, आपकी बातें उन तक पहुंची होंगी, मैं कोशिश करूंगा कि जवाब ले पाए हम। गर्ग साहब मेरी आवाज आ रही है? बिल्कुल आ रही है। गर्ग जी देखो, हरियाणा बीजेपी कह रही है कि ਤੁਸੀਂ ਬੇਵਜ੍ਹਾ ਨੋ ਇਸ਼ੂ ਨੂੰ ਤੂਲ ਦੇ ਰਹੇ ਹੋ, ਇਹ ਪੋਲਿਟਿਸਾਈਜ਼ ਕਰ ਰਹੇ ਹੋ ਇਸ ਇਸ਼ੂ ਨੂੰ। गौरव जी मैं रमन मलिक जी ਨੂੰ ਸੁਣ ਰਿਹਾ ਸੀ, ਇੰਨੀ ਤੇ ਗੱਲ ਹੀ ਨਹੀਂ ਹੈ। ਮਤਲਬ ਇੱਕ ਗਲਤੀ ਦੇ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਸਿੰਪਲ ਜੀ ਗੱਲ ਹੈ, ਇੱਕ ਮਰਿਆਦਾ ਦਾ ਉਲੰਘਣ ਹੋਇਆ ਤੇ ਉਹਦੇ ਲਈ ਮਾਫੀ ਮੰਗ ਲੈਣੀ ਚਾਹੀਦੀ ਹੈ। ਇਸ ਤੋਂ ਵੱਡਾ ਇਸ਼ੂ ਤਾਂ ਹੈ ਹੀ ਨਹੀਂ ਹੈ। ਬੀਜੇਪੀ ਦੇ ਆਗੂ ਮਾਫੀ ਮੰਗ ਰਹੇ ਨੇ, ਤੁਹਾਨੂੰ ਲੱਗਦਾ ਹੈ ਕਿ ਸੀਐਮ ਨੂੰ ਖੁਦ ਮਾਫੀ ਮੰਗਣੀ ਚਾਹੀਦੀ ਹੈ? ਬਿਲਕੁਲ ਮੰਗ ਲੈਣੀ ਚਾਹੀਦੀ ਹੈ। ਦੇਖੋ ਗੁਰੂ ਤੋਂ ਵੱਡਾ ਤੇ ਕੋਈ ਵੀ ਨਹੀਂ ਹੁੰਦਾ, ਠੀਕ ਹੈ ਨਾ, ਪਹਿਲੀ ਗੱਲ। ਦੂਸਰੀ ਗੱਲ, ਜਦੋਂ ਅਸੀਂ ਮਰਿਆਦਾ ਇੰਨੀ ਹੈ, ਜੇ ਕਿਤੋਂ ਗੁਰੂ ਮਹਾਰਾਜ ਦੀ ਸਵਾਰੀ ਵੀ ਲੰਘ ਰਹੀ ਹੁੰਦੀ ਹੈ ਤੇ ਅਸੀਂ ਜੇ ਪੈਰਾਂ ਦੇ ਵਿੱਚ ਜੁੱਤੇ ਪਾਏ ਹੁੰਦੇ ਉਹ ਵੀ ਲਾ ਕੇ ਸਿਰ ਢੱਕ ਕੇ ਉੱਥੇ ਖੜੇ ਹੋ ਜਾਂਦੇ ਹੈਗੇ ਆ। ਉਹ ਤੇ ਨੈਚੁਰਲੀ ਹੈ, ਇੱਕ ਪਬਲਿਕ ਫਿਗਰ ਨੇ, ਲੋਕਾਂ 'ਚ ਵਿਚਰਦੇ ਨੇ ਔਰ ਹਰਿਆਣੇ ਦੇ ਵਿੱਚ ਬਹੁਤ ਸਾਰੇ ਜਾਨੀ ਕਿ ਸਿੱਖ ਨੇ, ਗੁਰਦੁਆਰੇ ਨੇ ਤੇ ਉਹਨਾਂ ਨੂੰ ਮਰਿਆਦਾ ਦਾ ਪਤਾ ਹੈਗਾ। ਬਟ ਇਸ ਦੇ ਬਾਵਜੂਦ ਚਲੋ ਜੇ ਗਲਤੀ ਹੋ ਗਈ ਹੈ ਤਾਂ ਮਾਫੀ ਮੰਗਣ ਦੇ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ। ਔਰ ਜਿਸ ਤਰੀਕੇ ਨਾਲ ਰਮਨ ਮਲਿਕ ਜੀ ਇੱਥੇ ਭਾਸ਼ਣ ਦੇ ਰਹੇ ਸੀ, ਉਹ ਤਾਂ ਇਸ ਨੂੰ ਗੁਰੂ ਖੁਦ ਹੀ ਪੋਲੀਟੀਕਲ ਜਾਨੀ ਕਿ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਅਸੀਂ ਤੇ ਸਿਰਫ ਇੰਨੀ ਕੁ ਗੱਲ ਆਖੀ ਹੈ ਕਿ ਖੱਟੜ ਸਾਹਿਬ ਨੇ ਜੇ ਇਹ ਗਲਤੀ ਕੀਤੀ ਹੈ ਉਹਦੀ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ। ਔਰ ਦੂਸਰੇ ਬੰਨੇ ਮਤਲਬ ਇਹ ਕਿਵੇਂ ਹੋ ਸਕਦਾ ਕਿ ਸੂਬੇ ਦੇ ਮੁੱਖ ਮੰਤਰੀ ਨੂੰ ਧਾਰਮਿਕ ਭਾਵਨਾਵਾਂ ਦਾ, ਮਰਿਆਦਾਵਾਂ ਦਾ ਪਤਾ ਹੀ ਨਾ ਹੋਵੇ। ਨਹੀਂ, ਪਰ ਗਰਗ ਸਾਹਿਬ ਦੇਖੋ, ਪੋਲਿਟਿਸਾਈਜ਼ ਦੇ ਇਲਜ਼ਾਮ ਉਹ ਇਸ ਕਰਕੇ ਲਗਾ ਰਹੇ ਨੇ ਕਿ ਤੁਸੀਂ ਇਸ ਨੂੰ ਬੀਜੇਪੀ ਨਾਲ ਜੋੜ ਦਿੱਤਾ। ਆਮ ਆਦਮੀ ਪਾਰਟੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਬੀਜੇਪੀ ਤਾਂ ਸਿੱਖ ਧਰਮ ਦਾ ਸਤਿਕਾਰ ਹੀ ਨਹੀਂ ਕਰਦੀ। ਜੇਕਰ ਤੁਹਾਨੂੰ ਲੱਗਦਾ ਕਿ ਗਲਤੀ ਹੋਈ ਹੈ ਤਾਂ ਬੀਜੇਪੀ ਦੇ ਨਾਲ ਉਸ ਨੂੰ ਲਿਆ ਕੇ ਜੋੜ ਦੇਣਾ ਕਿ ਇਹ ਸਿਆਸੀਕਰਨ ਨਹੀਂ ਹੈ ਪੂਰੇ ਮਾਮਲੇ ਦਾ? ਨਹੀਂ, ਇਹ ਬਿਲਕੁਲ ਸਿਆਸੀ ਕਰਨ ਵਾਲੀ ਗੱਲ ਨਹੀਂ ਹੈਗੀ। ਉਹ ਇਸ ਕਰਕੇ ਇਹ ਗੱਲ ਕਹੀ ਗਈ ਹੈ ਕਿ ਬੀਜੇਪੀ ਦੇ ਨਾਲ ਜੋੜੀ ਗਈ ਹੈ ਕਿਉਂਕਿ ਬੀਜੇਪੀ ਦੇ ਲੀਡਰ ਅਕਸਰ ਜਿਹੜਾ ਹੈਗਾ ਜਿਸ ਤੇ ਵੀ ਸੂਬੇ ਦੇ ਵਿੱਚ ਜਾਂਦੇ ਆ, ਜਿੱਥੇ ਵੀ ਜਾਂਦੇ ਆ, ਉਸ ਤਰ੍ਹਾਂ ਦਾ ਇਹ ਡਰਾਮੇਬਾਜ਼ੀ ਕਰਦੇ ਆ, ਮਤਲਬ ਰਾਜਨੀਤਿਕ ਬੈਨੀਫਿਟ ਲੈਣ ਵਾਸਤੇ। ਤੁਸੀਂ ਦੇਖੋ, ਮਤਲਬ ਜਦੋਂ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦੇ ਵਿੱਚ ਆਉਂਦੇ ਆ, ਠੀਕ ਹੈ ਨਾ, ਖੱਟੜ ਸਾਹਿਬ ਵੀ ਬਹੁਤ ਸਾਰੇ ਇਹੋ ਜਿਹੇ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਜਾਂਦੇ ਨੇ, ਪਰ ਜਿਨ੍ਹਾਂ ਦਿਨਾਂ ਦੇ ਵਿੱਚ ਇਲੈਕਸ਼ਨ ਹੁੰਦਾ ਉਹ ਬਿਲਕੁਲ ਪਗੜੀ ਸਿਰ ਦੇ ਉੱਤੇ ਬੰਨ੍ਹਦੇ ਨੇ। ਇਹਦਾ ਮਤਲਬ ਉਹਨਾਂ ਨੂੰ ਪਗੜੀ ਦੀ ਮਹੱਤਤਾ ਦਾ ਪਤਾ ਹੈਗਾ, ਉਹਨਾਂ ਨੂੰ ਮਰਿਆਦਾ ਦਾ ਪਤਾ ਹੈਗਾ। ਉਹ ਵੋਟਾਂ ਲੈਣ ਵਾਸਤੇ ਇਸ ਤਰ੍ਹਾਂ ਦੀ ਡਰਾਮੇਬਾਜ਼ੀ ਕਰਦੇ ਨੇ, ਪਰ ਜਦੋਂ ਐਕਚੁਅਲੀ ਮਰਿਆਦਾ ਦੀ ਵਿੱਚ ਰਹਿਣ ਦੀ ਗੱਲ ਆਉਂਦੀ ਹੈ ਤੇ ਉਹ ਮਰਿਆਦਾ ਨੂੰ ਭੁੱਲ ਜਾਂਦੇ ਹੈਗੇ ਆ। ਤੇ ਅਸੀਂ ਇਸ ਇੰਨੇ ਵੱਡੀ ਗੱਲ ਦਾ ਟੂਲ ਦੇਣ ਦੀ ਤੇ ਗੱਲ ਹੀ ਨਹੀਂ ਹੈ। ਸਿੰਪਲ ਜੀ ਗੱਲ ਹੈਗੀ ਹੈ ਕਿ ਮਰਿਆਦਾ ਦਾ ਜਿਹੜਾ ਉਲੰਘਣ ਹੋਇਆ ਹੈਗਾ, ਉਹਦੇ ਨਾਲ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਮਾਫੀ ਮੰਗ ਲੈਣੀ ਚਾਹੀਦੀ ਹੈ। ਔਰ ਨੈਚੁਰਲੀ ਹੈ, ਜਿਹੜਾ ਸਿੱਖ ਧਰਮ ਜਿਹੜਾ ਹੈਗਾ ਬੜਾ ਮਹਾਨ ਧਰਮ ਹੈਗਾ, ਉੱਥੇ ਮਾਫੀ ਜਦੋਂ ਤੁਸੀਂ ਮੰਗਦੇ ਹੋ ਸਾਰੇ ਬੰਦੇ ਮਾਫ ਕਰ ਦਿੰਦੇ ਆ। ਇਸ ਤੋਂ ਕੋਈ ਵੱਡੀ ਗੱਲ ਹੈ ਨਹੀਂ। ਠੀਕ ਹੈ ਨੀਲ ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਰਮਨ ਮਲਿਕ ਵੀ ਸਾਡੇ ਨਾਲ ਜੁੜੇ ਹੋਏ ਸਨ, ਉਹਨਾਂ ਦਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਖੈਰ, ਇਹ ਪੂਰਾ ਮਸਲਾ ਕਿਉਂਕਿ ਮਰਿਆਦਾ ਦੇ ਨਾਲ, ਭਾਵਨਾਵਾਂ ਦੇ ਨਾਲ, ਆਸਥਾ ਦੇ ਨਾਲ, ਸਿੱਖ ਭਾਈਚਾਰੇ ਦੇ ਨਾਲ ਜੁੜਿਆ ਹੋਇਆ ਹੈ ਤੇ ਇਸ ਦੇ ਉੱਤੇ ਪੋਲੀਟੀਕਲ ਬਿਆਨਬਾਜ਼ੀ ਵੀ ਹੋ ਰਹੀ ਹੈ। ਹੁਣ ਆਮ ਆਦਮੀ ਪਾਰਟੀ ਇਸ ਮੁੱਦੇ ਨੂੰ ਲੈ ਕੇ ਹਰਿਆਣਾ ਬੀਜੇਪੀ ਦੇ ਉੱਤੇ ਹਮਲਾਵਰ ਹੈ, ਇਨਫੈਕਟ ਬੀਜੇਪੀ ਤੇ ਹਮਲਾਵਰ ਹੈ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਮਾਫੀ ਮੰਗਣ ਹਰਿਆਣਾ ਦੇ ਸੀਐਮ। ਤਾਂ ਇੱਕ ਵੀਡੀਓ, ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ਨੂੰ ਲੈ ਕੇ ਪੂਰਾ ਸਿਆਸੀ ਮਾਹੌਲ ਭਖਿਆ ਹੋਇਆ ਹੈ। ਔਰ ਕਿਉਂਕਿ ਜੋ ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਕਿ ਇੱਕ ਤਾਂ ਜਿਸ ਸ਼ਖਸ ਦੇ ਵੱਲੋਂ ਸਿਰ ਨਹੀਂ ਢੱਕਿਆ ਗਿਆ, ਮਰਿਆਦਾ ਦੀ ਉਲੰਘਣਾ ਕੀਤੀ ਗਈ, ਉਹ ਵੀ ਇਸ ਦੇ ਵਿੱਚ ਜਵਾਬਦੇਹੀ ਹੈ। ਦੂਜੇ ਪਾਸੇ ਜਿਨ੍ਹਾਂ ਦੇ ਵੱਲੋਂ ਉੱਥੇ ਜੋ ਅਰਦਾਸ ਕਰ ਰਹੇ ਸੀ ਜਾਂ ਜਿਹੜੇ ਹੋਰ ਨੁਮਾਇੰਦੇ ਉੱਥੇ ਮੌਜੂਦ ਸੀ, ਜੇ ਉਹਨਾਂ ਦੇ ਵੱਲੋਂ ਨਹੀਂ ਕਿਹਾ ਗਿਆ ਕਿ ਤੁਸੀਂ ਸਿਰ ਢੱਕ ਲਵੋ ਤਾਂ ਜਵਾਬਦੇਹੀ ਤਾਂ ਉਹਨਾਂ ਦੀ ਵੀ ਬਣਦੀ ਹੈ। ਇਸ ਸਮੇਂ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਮੰਤਰੀ ਮਹੇਸ਼ਿੰਦਰ ਗਰੇਵਾਲ ਜੀ ਜੁੜ ਰਹੇ ਨੇ। ਗਰੇਵਾਲ ਸਾਹਿਬ ਸਵਾਗਤ ਹੈ। ਤੁਸੀਂ ਤਸਵੀਰ ਉਮੀਦ ਹੈ ਕਿ ਦੇਖੀ ਹੋਏਗੀ, ਇੱਕ ਅਰਦਾਸ ਦੇ ਵਿੱਚ ਖੜੇ ਹੋਏ ਨੇ, ਹੱਥ ਜੋੜ ਕੇ ਸਿਰ ਝੁਕਾ ਕੇ ਹਰਿਆਣਾ ਦੇ ਸੀਐਮ, ਪਰ ਸਿਰ ਨਹੀਂ ਢੱਕਿਆ ਹੋਇਆ, ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਇਸ ਸਮੇਂ ਹਮਲਾਵਰ ਹੈ ਬੀਜੇਪੀ ਦੇ ਉੱਤੇ ਤੇ ਕਹਿ ਰਹੇ ਨੇ ਕਿ ਹਰਿਆਣਾ ਦੇ ਸੀਐਮ ਨੂੰ ਮਾਫੀ ਮੰਗਣੀ ਚਾਹੀਦੀ ਹੈ। ਤੁਹਾਡਾ ਕੀ ਟੇਕ ਹੈ ਇਸ ਦੇ ਉੱਤੇ?
ਦੇਖੋ ਆਮ ਆਦਮੀ ਪਾਰਟੀ ਤਾਂ ਕਰਦੀ ਹੋਣੀ ਹੈ ਸਿਆਸਤ। ਜੀ ਮੈਂ ਇੱਕ ਗੱਲ ਸਪਸ਼ਟ ਕਹਿ ਦੇਵਾਂ, ਇਹ ਸਿੱਖ ਮਰਿਆਦਾ ਰਹਿਤ ਮਰਿਆਦਾ ਦਾ ਘਾਣ ਹੈ। ਨੰਗੇ ਸਿਰ ਅਰਦਾਸ ਜਾਂ ਸ਼ਬਦ ਪੜ੍ਹਨ ਵੇਲੇ ਕਿਤੇ ਵੀ ਹੋਵੇ ਜੀ ਇਹ ਇਦੋਂ ਵੱਡਾ ਨਰਾਦਰ ਨਹੀਂ ਕਰ ਸਕਦਾ। ਮਨੋਹਰ ਲਾਲ ਖੱਟੜ ਜੀ ਦੇ ਤਾਂ ਮੁੱਖ ਮੰਤਰੀਸ਼ਿਪ ਚੜੀ ਹੋਈ ਹੈ। ਇਹ ਗੁਰਦੁਆਰਿਆਂ ਦੇ ਕਬਜ਼ੇ ਹੀ ਇਸ ਲਈ ਕਰ ਰਹੇ ਸੀਗੇ ਕਿ ਉੱਥੇ ਮਰਿਆਦਾ ਦਾ ਘਾਣ ਕੀਤਾ ਜਾਵੇ। ਇਸ ਗੱਲ ਨੂੰ ਕਦੇ ਵੀ ਸਿੱਖ ਪੰਥ ਪਰਵਾਹ ਨਹੀਂ ਕਰੇਗਾ ਕਿ ਇਹ ਮਰਿਆਦਾ ਦੀਆਂ ਇਸ ਤਰ੍ਹਾਂ ਧੱਜੀਆਂ ਉਡਾਉਣ। ਕੌਮ ਇਹਨਾਂ ਨੂੰ ਇਸ ਗੱਲ ਲਈ ਸੁਚੇਤ ਕਰਦੀ ਹੈ ਤੇ ਮੈਂ ਸਮੁੱਚੇ ਪੰਥ ਨੂੰ ਅਪੀਲ ਕਰਦਾ ਕਿ ਜਿਹੜੇ ਗੁਰਦੁਆਰਾ ਸਾਹਿਬ ਵਿੱਚ ਪੰਥਕ ਸੋਚ ਦੇ ਆਗੂ ਨੇ ਜੀ ਉਹਨਾਂ ਨੂੰ ਸਾਰਿਆਂ ਨੂੰ ਚਾਹੀਦਾ ਕਿ ਜਿੰਨਾ ਚਿਰ ਮਨੋਹਰ ਲਾਲ ਖੱਟੜ ਪੰਥ ਤੋਂ ਅਨਕੰਡੀਸ਼ਨਲ ਮਾਫੀ ਆਪ ਨਹੀਂ ਮੰਗਦੇ, ਆਪਣੇ ਫੀਲਿਆਂ ਰਾਹੀਂ ਨਹੀਂ ਆਪ ਨਹੀਂ ਮੰਗਦੇ, ਉਹਨਾਂ ਨੂੰ ਕਿਸੇ ਵੀ ਗੁਰਦੁਆਰਾ ਸਾਹਿਬ ਵਿੱਚ ਨਾ ਸਤਿਕਾਰ ਦਿੱਤਾ ਜਾਵੇ, ਨਾ ਦਾਖਲ ਹੋਣ ਦਿੱਤਾ ਜਾਵੇ। ਤੇ ਨਾਲ ਉਹ ਵੀ ਸਿੱਖ ਜਿਹੜੇ ਬੀਜੇਪੀ ਵਿੱਚ ਇਹਨਾਂ ਦੇ ਨਾਲ ਹਾਂ ਰਲਾਉਂਦੇ ਸੀ ਗੁਰਦੁਆਰੇ ਦੇ ਕਬਜ਼ੇ ਲਈ, ਉਹ ਵੀ ਪੰਥ ਦੇ ਓਨੇ ਹੀ ਦੋਖੀ ਨੇ ਜਿਨ੍ਹਾਂ ਨੇ ਇਹਨਾਂ ਦਾ ਦਿਮਾਗ ਖਰਾਬ ਕਰਕੇ ਅੱਜ ਆਹ ਬੇਦਬੀਆਂ ਕਰਾ ਰਹੇ ਨੇ। ਸੋ ਮੈਂ ਸਮਝਦਾ ਇਸ ਤੋਂ ਵੱਡਾ ਗੁਨਾਹ ਮਨੋਹਰ ਲਾਲ ਜੀ ਖੱਟੜ ਕਰ ਨਹੀਂ ਸੀ ਸਕਦੇ ਜੋ ਅੱਜ ਉਹਨਾਂ ਨੇ ਕੀਤਾ ਹੈ। ਗਰੇਵਾਲ ਸਾਹਿਬ, ਤੁਹਾਨੂੰ ਇਹ ਗਲਤੀ ਨਜ਼ਰ ਆਉਂਦੀ ਹੈ ਜਾਂ ਤੁਹਾਨੂੰ ਲੱਗਦਾ ਕਿ ਨਹੀਂ, ਇਹ ਗਲਤੀ ਨਹੀਂ ਕਹੀ ਜਾ ਸਕਦੀ? ਦੇਖੋ ਮਨੋਹਰ ਲਾਲ ਖੱਟੜ ਅਣਗਹਿਲੀ ਦੇ ਵਿੱਚ ਵੀ ਗਲਤੀਆਂ ਹੋ ਜਾਂਦੀਆਂ ਨਾ ਆਪਣੇ ਤੋਂ। ਨਾ ਗਲਤੀ ਕੌਣ ਕਰਦਾ? ਕਿੰਨੇ ਇਹਨਾਂ ਦੇ ਨਾਲ ਫੀਲੇ ਹੁੰਦੇ ਆ। ਤੁਸੀਂ ਦੇਖਿਆ VIP ਜਾਂਦਾ, ਨਾਲ ਦਾ ਬੰਦਾ ਉਦੋਂ ਰੁਮਾਲ ਦਿੰਦਾ ਕਿ ਜੀ ਗੁਰਦੁਆਰੇ ਚੱਲੇ ਅਰਦਾਸ ਤੇ। ਜਿਹੜੇ ਇਹਨਾਂ ਦੇ ਸਿਕਿਉਰਿਟੀ ਵਾਲੇ ਉਹ ਸਿਰ ਤੇ ਰੁਮਾਲ ਬੰਨੀ ਖੜੇ ਆ ਜੀ, ਇਹ ਨੰਗੇ ਸਿਰ ਹੈ। ਤੇ ਤੁਹਾਡੇ ਖਿਆਲ ਇਹਨਾਂ ਨੂੰ ਉਹਨਾਂ ਦੇ ਸਿਰ ਤੇ ਰੁਮਾਲ ਬੰਨੇ ਨਹੀਂ ਦਿਖਦੇ? ਜਿਹੜਾ ਇਹਨਾਂ ਦੇ ਨਾਲ ਬਿਲਕੁਲ ਨੀਲੀ ਜੈਕਟ ਵਾਲਾ ਕਿ ਸਵੈਟਰ ਵਾਲਾ ਖੜਾ ਹੈਗਾ, ਨਾਲ ਖੱਬੇ ਹੱਥ ਸਰਦਾਰ ਖੜੇ ਨੇ। ਮੈਂ ਸਮਝਦਾ ਉੱਥੇ ਗ੍ਰੰਥੀ ਦੀ ਵੀ ਗਲਤੀ ਆ, ਉਹਨੂੰ ਕਹਿ ਦੇਣਾ ਚਾਹੀਦਾ ਸੀ ਮੈਂ ਅਰਦਾਸ ਨਹੀਂ ਕਰਨੀ, ਨੰਗੇ ਸਿਰ 'ਚ ਖੜਾ ਹੈਗਾ। ਇਹਨਾਂ ਨੇ ਬੜੀ ਵੱਡੀ ਤੋਹੀਨ ਕੀਤੀ ਹੈ, ਸਿੱਖ ਕੌਮ ਦੀ ਕੀਤੀ ਹੈ, ਸਿੱਖ ਰਹਿਤ ਮਰਿਆਦਾ ਦੀ ਕੀਤੀ ਹੈ। ਇਹ ਕਾਬਲੇ ਮਾਫੀ ਨਹੀਂ ਹੈ। ਇਹਨਾਂ ਨੂੰ ਅਨਕੰਡੀਸ਼ਨਲ ਮਾਫੀ ਮੰਗਣੀ ਚਾਹੀਦੀ ਹੈ। ਨਹੀਂ ਕੌਮ ਇਸ ਗੱਲ ਨੂੰ ਕਦੇ ਵੀ ਇਹਨਾਂ ਦੇ ਇਸ ਸਰਦਾਰੀ ਨੂੰ ਜਾਂ ਇਸ ਧੱਕੇ ਨੂੰ ਕਿ ਇਹ ਗੁਰਦੁਆਰੇ ਤੇ ਕਬਜ਼ੇ ਕਰਕੇ ਆਪਣੀ ਸਰਦਾਰੀ ਕਾਇਮ ਕਰ ਲੈਣ, ਇਹਨੂੰ ਬਰਬਾਦ ਕਰੇਗੀ। ਸ਼ੁਕਰੀਆ ਗਰੇਵਾਲ ਸਾਹਿਬ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਸ਼੍ਰੋਮਣੀ ਅਕਾਲੀ ਦਲ ਵੀ ਹਮਲਾਵਰ ਹੈ ਇਸ ਸਮੇਂ ਹਰਿਆਣਾ BJP ਦੇ ਉੱਤੇ, ਹਰਿਆਣਾ ਦੇ ਮੁੱਖ ਮੰਤਰੀ ਦੇ ਉੱਤੇ, ਔਰ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇਹ ਇਨਫੈਕਟ ਅਕਾਲੀ ਦਲ ਤਾਂ ਇਸ ਦੇ ਉੱਤੇ ਬਹੁਤ ਹਮਲਾਵਰ ਹੈ ਤੇ ਕਹਿ ਰਿਹਾ ਕਿ ਇਹ ਕੋਈ ਗਲਤੀ ਨਾ ਕਹੋ ਕਿਉਂਕਿ ਉਹ ਬਖੂਬੀ ਸਮਝਦੇ ਨੇ ਮਰਿਆਦਾ ਨੂੰ। ਔਰ ਆਲੇ ਦੁਆਲੇ ਜਿਹੜੇ ਲੋਕ ਤਸਵੀਰ ਦੇ ਵਿੱਚ ਖੜੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਵੀ ਬਕਾਇਦਾ ਸਿਰ ਢੱਕਿਆ ਗਿਆ ਹੈ। ਤੇ ਦੂਜੇ ਪਾਸੇ ਜਿਹੜੇ ਉੱਥੇ ਗ੍ਰੰਥੀ ਸੀ ਜਾਂ ਜੋ ਅਰਦਾਸ ਕਰ ਰਹੇ ਸੀ ਉਹਨਾਂ ਦੇ ਵੱਲੋਂ ਵੀ ਜੇਕਰ ਨਹੀਂ ਕਿਹਾ ਗਿਆ ਤਾਂ ਜਵਾਬਦੇਹੀ ਤਾਂ ਉਹਨਾਂ ਦੀ ਵੀ ਬਣਦੀ ਹੈ। ਆਮ ਤੌਰ ਤੇ ਇਸ ਤਰੀਕੇ ਨਾਲ ਹੁੰਦਾ ਹੈ ਕਿ ਆਪਾਂ ਗੁਰੂ ਘਰ ਜਾਈਏ ਔਰ ਜੇ ਸਿਰ ਕਿਸੇ ਦਾ ਨਹੀਂ ਢੱਕਿਆ ਹੁੰਦਾ ਤਾਂ ਉੱਥੇ ਜਿਹੜੇ ਨੁਮਾਇੰਦੇ ਖੜੇ ਹੁੰਦੇ ਨੇ ਉਹ ਗੁਰੂ ਘਰ ਦੇ ਵਿੱਚ ਐਂਟਰ ਕਰਨ ਤੋਂ ਪਹਿਲਾਂ ਹੀ ਕਹਿ ਦਿੰਦੇ ਨੇ ਕਿ ਤੁਸੀਂ ਆਪਣਾ ਸਿਰ ਢੱਕੋ। ਔਰ ਪੰਜਾਬ ਦਾ ਮੈਂ ਜ਼ਿਕਰ ਕਰ ਰਿਹਾ ਤਾਂ ਇੱਥੇ ਬਖੂਬੀ ਲੋਕਾਂ ਨੂੰ, ਸਭ ਨੂੰ ਜਿਹੜੀ ਸੰਗਤ ਪਤਾ ਹੁੰਦਾ ਹੈ ਕਿ ਅਸੀਂ ਅੰਦਰ ਵੜ ਰਹੇ ਹਾਂ ਤਾਂ ਸਿਰ ਢੱਕ ਕੇ ਹੀ ਅਸੀਂ ਜਾਣਾ ਹੈ। ਤੇ ਦੂਜੇ ਪਾਸੇ ਹਰਿਆਣਾ 'ਚ ਵੀ ਇਸ ਤਰੀਕੇ ਨਾਲ ਹੀ ਹੁੰਦਾ ਹੈ। ਪਰ ਜੇ ਉੱਥੇ ਖੜੇ ਸੀ ਹਰਿਆਣਾ ਦੇ ਮੁੱਖ ਮੰਤਰੀ ਔਰ ਉਹਨਾਂ ਦੇ ਵੱਲੋਂ ਸਿਰ ਨਹੀਂ ਢੱਕਿਆ ਗਿਆ ਤੇ ਦੂਜੇ ਪਾਸੇ ਕਿਸੇ ਦੇ ਵੱਲੋਂ ਜੇ ਨਹੀਂ ਕਿਹਾ ਗਿਆ ਤਾਂ ਜ਼ਰੂਰ ਸਵਾਲ ਉੱਠ ਰਹੇ ਨੇ। ਵਿਰੋਧੀਆਂ ਦੇ ਵੱਲੋਂ ਘੇਰਿਆ ਜਾ ਰਿਹਾ ਹੈ ਇਸ ਪੂਰੇ ਮੁੱਦੇ ਉੱਤੇ ਹਰਿਆਣਾ ਦੇ CM